ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੁਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਡੋਲਾ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਚਵਰ ਛਤਰ ਤਖਤ ਦੇ ਮਾਲਿਕ, ਅੰਤਰਜਾਮੀ ਲੋਕ ਪਰਲੋਕ ਦੇ ਸਹਾਈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਕਰੋ ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਧੰਤਾ ਦੇ ਯੋਗ ਹੋ, ਜੋ ਕਿ ਅੱਜ ਪਾਵਨ ਪਵਿੱਤਰ ਦਿਹਾੜੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਵਾਸਾਂ ਨੂੰ ਸਫਲਾ ਬਣਾ ਰਹੇ ਹੋ। ਅੱਜ ਦਾ ਜੋ ਪਾਵਨ ਦਿਹਾੜਾ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਨਾਨਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ ਪਾਵਨ ਆਗਮਨ ਪੁਰਬ ਹੈ, ਪਾਵਨ ਪ੍ਰਕਾਸ਼ ਦਿਹਾੜਾ ਹੈ। ਦੂਜਾ ਜੋ ਪਵਿੱਤਰ ਦਿਹਾੜਾ ਹੈ ਉਹ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਆਸਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ। ਆਓ ਗੁਰੂ ਚਰਨਾਂ ਵਿੱਚ ਜੁੜ ਕਰਕੇ ਗੁਰੂ ਕੀ ਵਿਚਾਰ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਧ ਸੰਗਤ ਜੀ, ਅੱਜ ਦੇ ਦਿਨ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਕੀ ਵਡਾਲੀ ਸੰਬਤ 1652 ਬਿਕਰਵੀਂ ਹਾੜਵਦੀ ਏਕਮ ਨੂੰ ਸਤਿਗੁਰਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਮਾਤਾ ਗੰਗਾ ਜੀ ਦੇ ਕੁੱਖੋਂ ਅਵਤਾਰ ਧਾਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੀਰੀ ਤੇ ਪੀਰੀ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਭਾਈ ਗੁਰਦਾਸ ਜੀ ਦੇ ਬਚਨ ਨੇ ਦਲ ਭੰਜਨ ਗੁਰੂ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਕਿਉਂਕਿ ਛੇਕ ਜਾਮਿਆਂ ਤੱਕ ਸਾਧ ਸੰਗਤ ਜੀ, ਪੰਜਵੇਂ ਜਾਮੇ ਗੁਰੂ ਅਰਜਨ ਸਾਹਿਬ ਜੀ ਤੱਕ ਭਾਵ ਪੀਰੀ ਤੇ ਦਰਵੇਸ਼ੀ ਸੰਤ ਸਰੂਪ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਹੋਇਆ। ਭਾਵ ਸੰਤ ਸਰੂਪ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਦੇਵ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕੀਤਾ। ਪਰ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਵੱਡੇ ਹੋਏ ਤੇ ਕੁਝ ਐਸੀ ਅਜੀਬੋ ਗਰੀਬ ਘਟਨਾ ਘਟੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਜਗਤ ਨੂੰ, ਸੰਸਾਰ ਨੂੰ ਮੀਰੀ ਤੇ ਪੀਰੀ ਨਾਲ ਜੋੜ ਦਿੱਤਾ। ਆਖੋ ਸਤਨਾਮ। ਇਹ ਸਿੱਖੀ ਵਾਸਤੇ ਬਹੁਤ ਵੱਡੀ ਦਾਤ ਸੀ। ਸਤਿਗੁਰਾਂ ਨੇ ਬਚਨ ਬਖਸ਼ਿਸ਼ ਕਰ ਦਿੱਤੇ
ਪੀਰੀ ਨਾਲ ਮੀਰੀ ਜੋੜ ਦਿੱਤੀ ਤੇ ਮੀਰੀ ਨਾਲ ਪੀਰੀ ਜੋੜ ਦਿੱਤੀ ਕਿ ਪਿਛਲੇ ਸਮਿਆਂ ਵਿੱਚ ਜਿੰਨੇ ਸਾਧੂ ਮਹਾਤਮਾ ਹੋਏ ਉਹ ਕੇਵਲ ਸਾਧ ਸੰਗਤ ਜੀਓ ਪੀਰੀ ਨਾਲ ਜੁੜੇ ਰਹੇ। ਸੰਤ ਵਾਲੀ ਪਦਵੀ ਕੇਵਲ ਪਰਲੋਕ ਸਵਾਰਨਾ, ਲੋਕ ਨਹੀਂ, ਕਿਸੇ ਨੇ ਲੋਕ ਬਾਰੇ ਸੋਚਿਆ ਹੀ ਨਹੀਂ। ਲੰਬੀ ਸੋਚਣੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਕੀਤਾ। ਮੈਂ ਫਿਰ ਬੇਨਤੀ ਕਰਾਂ, ਜਿਨ੍ਹਾਂ ਕੋਲ ਸਤ ਹੁੰਦਾ ਉਹਨਾਂ ਕੋਲ ਸਤਾ ਨਹੀਂ ਹੁੰਦੀ। ਸਤਯੁਗ, ਦੁਆਪਰ ਤੇ ਤ੍ਰੇਤਾ ਤੇ ਕਲਯੁਗ, ਜਿਨ੍ਹਾਂ ਕੋਲ ਸਤ ਹੁੰਦਾ ਉਹਨਾਂ ਕੋਲ ਸਤਾ ਨਹੀਂ ਹੁੰਦੀ, ਤੇ ਜਿਨ੍ਹਾਂ ਕੋਲ ਸਤਾ ਹੁੰਦੀ ਉਹਨਾਂ ਕੋਲੋਂ ਸਤ ਨਹੀਂ ਹੁੰਦਾ। ਜਿਨ੍ਹਾਂ ਕੋਲ ਸਤ ਹੈ ਉਹ ਦਰਵੇਸ਼ ਅੰਦਰੋਂ ਸਾਧ ਸੰਗਤ ਜੀ ਸਾਰੇ ਵਿਸ਼ਿਆਂ ਵਿਕਾਰਾਂ ਤੋਂ ਨਿਜਾਤ ਪਾ ਲੈਂਦੇ ਨੇ। ਜਿਨ੍ਹਾਂ ਕੋਲ ਸਤ ਹੈ, ਜਿਨ੍ਹਾਂ ਕੋਲ ਧਰਮ ਹੈ, ਕਿਉਂਕਿ ਜਿਨ੍ਹਾਂ ਕੋਲ ਪਰਮੇਸ਼ਰ ਦਾ ਸਿਮਰਨ ਹੈ ਉਹ ਅੰਦਰੋਂ ਵਿਸ਼ੇ ਵਿਕਾਰ ਖਤਮ ਕਰ ਦਿੰਦੇ ਨੇ। ਈਰਖਾ, ਨਿੰਦਾ, ਦੁਵੈਤ ਭਾਵਨਾ ਤੋਂ ਪਰੇ ਹੋ ਜਾਂਦੇ ਨੇ। ਪਰ ਸਾਧ ਸੰਗਤ ਜੀ ਉਹਨਾਂ ਨੂੰ ਅੰਦਰੋਂ ਸਕੂਨ, ਅੰਦਰੋਂ ਪਰਮੇਸ਼ਰ ਦੇ ਨਾਮ ਦਾ ਮਿੱਠਾ ਰਸ ਪ੍ਰਾਪਤ ਹੋ ਜਾਂਦਾ ਹੈ। ਪਰ ਮੈਂ ਤੇ ਬੇਨਤੀ ਕਰਾਂ, ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਕੁਝ ਸਮੱਸਿਆਵਾਂ ਬਾਹਰ ਦੀਆਂ ਨੇ ਤੇ ਕੁਝ ਸਮੱਸਿਆਵਾਂ ਅੰਦਰ ਦੀਆਂ ਨੇ। ਜਿਹੜੀਆਂ ਅੰਦਰ ਦੀਆਂ ਸਮੱਸਿਆਵਾਂ ਨੇ ਉਹ ਕੇਵਲ ਤੇ ਕੇਵਲ ਨਾਮ ਨਾਲ ਖਤਮ ਹੋ ਸਕਦੀਆਂ ਨੇ। ਬਾਹਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਖਾਲਸਾ ਜੀ ਉਹ ਮੀਰੀ ਨਾਲ ਖਤਮ ਹੋ ਸਕਦੀਆਂ ਨੇ, ਸੰਤ ਤੇ ਸਿਪਾਹੀ ਨਾਲ। ਜਿਹੜੀਆਂ ਕੌਮਾਂ ਕਮਜ਼ੋਰ ਰਹੀਆਂ, ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਿਓ, ਮਿਟ ਗਈਆਂ, ਖਤਮ ਕਰ ਦਿੱਤੀਆਂ ਗਈਆਂ। ਜਦੋਂ ਇਤਿਹਾਸ ਵਾਚੋਗੇ ਉੱਚ ਮਿਲੇਗਾ ਜਿਹੜੀਆਂ ਕੌਮਾਂ ਸਾਧ ਸੰਗਤ ਜੀ ਕਮਜ਼ੋਰ ਸਨ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਿੱਖਾਂ ਨੂੰ ਤਲਵਾਰ ਫੜਾ ਦਿੱਤੀ। ਭਾਵ ਕਹਿ ਦਈਏ ਮੀਰੀ ਤੇ ਪੀਰੀ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਜੋੜ ਦਿੱਤਾ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਿਆਲੂ ਹਿਰਦਾ ਔਰ ਇੰਨਾ ਕੁ ਦਿਆਲੂ, ਇੰਨਾ ਕੁ ਨਿਮਰਤਾ ਵਾਲਾ ਹਿਰਦਾ। ਮੈਂ ਅੱਗੇ ਬੇਨਤੀ ਕਰਾਂਗਾ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਨਾਲ ਸਨ, ਸਾਰਾ ਲਹੂ ਲਸ਼ਕਰ ਨਾਲ ਸੀ ਸਤਿਗੁਰ ਦੇ, ਤੇ ਇੱਕ ਫਕੀਰ ਨੇ ਸਵਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ, ਕਿਉਂਕਿ ਅੱਜ ਤੱਕ ਹਿੰਦੁਸਤਾਨ ਦੀ ਧਰਤੀ ਤੇ ਏਦਾਂ ਨਹੀਂ ਹੋਇਆ ਕਿ ਜੇ ਕੋਈ ਖਾਲਸਾ ਜੀ ਮੰਨ ਲਓ ਸੰਤ ਹੈ ਤੇ ਉਹ ਸਿਪਾਹੀ ਨਹੀਂ ਸੀ। ਜੇ ਕੋਈ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਸੀ ਤੇ ਉਹ ਘੋੜ ਸਵਾਰੀ ਨਹੀਂ ਕਰਦਾ ਸੀ, ਉਹ ਸ਼ਸਤਰ ਨਹੀਂ ਰੱਖਦਾ ਸੀ। ਸਤਿਯੁਗ, ਦੁਆਪਰ ਤੇ ਤ੍ਰੇਤਾ, ਪਰ ਕਲਯੁਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਐਸਾ ਕੀਤਾ ਕਿ ਮਹਾਰਾਜ ਨੇ ਪ੍ਰਥਾ ਚਲਾ ਦਿੱਤੀ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਸਿੱਖ ਵਾਸਤੇ ਗ੍ਰਸਤੀ ਹੋਣਾ ਬੜਾ ਜ਼ਰੂਰੀ ਹੈ, ਪਰਿਵਾਰ ਵੀ ਬੜਾ ਜ਼ਰੂਰੀ ਹੈ, ਤੇ ਸੰਤ ਦੇ ਨਾਲ ਸਿਪਾਹੀ ਵੀ ਬੜਾ ਜ਼ਰੂਰੀ ਹੈ। ਤੇ ਜਦੋਂ ਮਹਾਰਾਜ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਇੱਕ ਫਕੀਰ ਨੇ ਸਵਾਲ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ। ਸਤਿਗੁਰਾਂ ਦੇ ਮਹਿਲ ਨਾਲ ਸਨ, ਲਹੂ ਲਸ਼ਕਰ ਨਾਲ ਸੀ, ਤੇ ਫਕੀਰ ਨੇ ਮਨ ਵਿੱਚ ਤਰਕ ਪੈਦਾ ਕਰ ਦਿੱਤੀ। ਸਤਿਗੁਰੂ ਦੇ ਸਾਹਮਣੇ ਇੱਕ ਤਰਕ ਖੜੀ ਕਰ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਬਚਨ ਕੀਤੇ ਕਿ ਸੱਚੇ ਪਾਤਸ਼ਾਹ ਜੀ, ਦੌਲਤ ਕੀ ਤੇ ਫਕੀਰ ਕੀ, ਕਿਉਂਕਿ ਜਿਹੜਾ ਫਕੀਰ ਹੈ ਉਹਨੂੰ ਦੌਲਤ ਨਾਲ ਕੋਈ ਮਤਲਬ ਨਹੀਂ। ਅਜੋ ਫਕੀਰ ਨੇ ਸਵਾਲ ਕੀਤੇ, ਤਰਕ ਖੜੀ ਕੀਤੀ, ਚੇਤੇ ਰੱਖਿਓ। ਫਕੀਰ ਕਹਿੰਦਾ ਸੱਚੇ ਪਾਤਸ਼ਾਹ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ। ਜਿਹੜਾ ਫਕੀਰ ਹੈ ਉਹਨੂੰ ਵਿਆਹ ਨਾਲ ਕੀ ਮਤਲਬ, ਪਰਿਵਾਰ ਨਾਲ ਕੀ ਮਤਲਬ। ਦੂਜਾ ਸਵਾਲ ਕੀਤਾ, ਇਸਤਰੀ ਕੀ ਤੇ ਫਕੀਰ ਕੀ। ਤੀਜਾ ਸਵਾਲ ਕੀਤਾ ਕਿ ਪੁੱਤਰਾਂ ਦੀ ਹੋਂਦ ਕੀ ਤੇ ਫਕੀਰ ਕੀ, ਭਾਵ ਪਰਿਵਾਰ ਕੀ ਤੇ ਫਕੀਰ ਕੀ। ਚੌਥਾ ਸਵਾਲ ਕੀਤਾ, ਹਿੰਦੂ ਕੀ ਤੇ ਫਕੀਰ ਕੀ, ਮੁਸਲਮਾਨ ਕੀ। ਇਹ ਜਦੋਂ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸੁਣੇ ਤੇ ਦੇਖਿਓ ਮਨ ਸਤਿਗੁਰਾਂ ਦੀ ਵਡਿਆਈ ਵਿੱਚ ਜੁੜ ਜਾਏਗਾ, ਫਰਕ ਨਾਲ ਉੱਚਾ ਹੋ ਜਾਏਗਾ, ਸਤਿਗੁਰੂ ਦੀ
ਵਡਿਆਈ ਨੂੰ ਸੁਣ ਕੇ ਮਨ ਨੀਵਾਂ ਹੋ ਜਾਏਗਾ, ਨਮਸਕਾਰ ਹੋਵੇਗੀ ਸਤਿਗੁਰ ਨੂੰ। ਐਸਾ ਉਪਦੇਸ਼ ਉਸ ਫਕੀਰ ਨੂੰ ਦਿੱਤਾ। ਕਲਗੀਧਰ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ, ਮੈਂ ਅੱਗੇ ਬੇਨਤੀ ਕਰਾਂਗਾ। ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ, ਫਕੀਰ ਜੀ ਤੁਸੀਂ ਕਿਹਾ ਦੌਲਤ ਕੀ ਤੇ ਫਕੀਰ ਕੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਦੌਲਤ ਗੁਜਰਾਨ ਤੇ ਪੁੱਤਰ ਨਿਸ਼ਾਨ। ਬਚਨ ਕੀਤਾ ਸੀ ਨਾ ਪਰਿਵਾਰ ਦੀ ਕੀ ਲੋੜ ਹੈ, ਤੇ ਮਹਾਰਾਜ ਨੇ ਬਚਨ ਕੀਤਾ ਦੌਲਤ ਗੁਜਰਾਨ ਤੇ ਪੁੱਤਰ ਨਿਸ਼ਾਨ। ਤੇ ਤੀਜਾ ਬਚਨ ਕੀਤਾ ਸੀ ਇਸਤਰੀ ਕੀ ਤੇ ਫਕੀਰ ਕੀ, ਕਿਉਂਕਿ ਜਿਹੜਾ ਫਕੀਰ ਹੀ ਬਣ ਗਿਆ ਉਹਨੂੰ ਪਰਿਵਾਰ ਨਾਲ ਕੀ, ਘਰ ਵਾਲੀ ਨਾਲ ਕੀ ਮਤਲਬ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਦੌਲਤ ਗੁਜਰਾਨ, ਪੁੱਤਰ ਨਿਸ਼ਾਨ ਤੇ ਇਸਤਰੀ ਈਮਾਨ। ਜਿਵੇਂ ਭਾਈ ਗੁਰਦਾਸ ਜੀ ਦੇ ਬਚਨ ਨੇ, ਪੰਛੀਆਂ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਵਖਿਆਨ ਹੈ। ਇਸ ਤਰੀਕੇ ਨਾਲ ਗ੍ਰਸਤ ਜੀਵਨ ਵੀ ਜ਼ਰੂਰੀ ਹੈ ਖਾਲਸਾ ਜੀ। ਫਿਰ ਮਹਾਰਾਜ ਨੇ ਬਚਨ ਕੀਤਾ ਫਕੀਰ ਨਾ ਹਿੰਦੂ ਨਾ ਮੁਸਲਮਾਨ। ਜਿਹੜਾ ਫਕੀਰ ਹੈ ਉਹ ਨਾ ਹਿੰਦੂ ਹੈ ਤੇ ਨਾ ਮੁਸਲਮਾਨ ਹੈ, ਕਿਉਂਕਿ ਬਾਣੀ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਆਇਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪ੍ਰਾਣ। ਕਿ ਜਿਹੜਾ ਫਕੀਰ ਹੈ ਨਾ ਉਹ ਹਿੰਦੂ ਹੈ ਨਾ ਮੁਸਲਮਾਨ ਹੈ, ਉਹ ਤੇ ਪਰਮੇਸ਼ਰ ਦਾ ਪਿਆਰਾ ਹੈ। ਕਿਉਂਕਿ ਜਿਹੜਾ ਪਰਮੇਸ਼ਰ ਦਾ ਪਿਆਰਾ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਆ ਜਿਹੜਾ ਸੂਰਜ ਹੈ ਤੁਸੀਂ ਦੇਖਦੇ ਹੋ, ਇਹ ਵਿਤਕਰਾ ਨਹੀਂ ਕਰਦਾ ਕਿ ਗਰੀਬ ਦੇ ਘਰ ਚਾਨਣ ਦਵਾਂਗਾ, ਅਮੀਰ ਦੇ ਘਰ ਨਹੀਂ, ਜੱਟ ਦੇ ਘਰ ਚਾਨਣ ਦਵਾਂਗਾ, ਜੁਲਾਹੇ ਦੇ ਘਰ ਨਹੀਂ। ਸਾਧ ਸੰਗਤ ਜੀ, ਸੂਰਜ ਸਾਰਿਆਂ ਦੇ ਘਰ ਚਾਨਣਾ ਦਿੰਦਾ ਹੈ, ਤੇ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ, ਪ੍ਰਭੂ ਪਰਮੇਸ਼ਰ ਦੇ ਜਿਹੜੇ ਪਿਆਰੇ ਭਗਤ ਨੇ ਉਹ ਸਾਰਿਆਂ ਦੇ ਸਾਂਝੇ ਨੇ। ਫਕੀਰ ਨੇ ਸਵਾਲ ਕੀਤਾ ਸੀ ਨਾ ਹਿੰਦੂ ਕੀ ਤੇ ਮੁਸਲਮਾਨ ਕੀ, ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਫਕੀਰ ਜੀ ਜਿਵੇਂ ਸੂਰਜ ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਨੂੰ ਇੱਕੋ ਜੀ ਰੋਸ਼ਨੀ ਦਿੰਦਾ ਹੈ, ਚੰਦਰਮਾ ਇੱਕੋ ਜੀ ਠੰਡਕ ਦਿੰਦਾ ਹੈ। ਤੇ ਸਾਧ ਸੰਗਤ ਜੀ ਗੱਲ ਚੇਤੇ ਰੱਖਿਓ, ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਭਗਤ ਨੇ ਉਹ ਸਾਰਿਆਂ ਦੇ ਸਾਂਝੇ ਨੇ। ਆਖੋ ਸਤਨਾਮ। ਗੁਰੂ ਹਰਗੋਬਿੰਦ ਸਾਹਿਬ ਤੋਂ ਬਲਹਾਰ ਜਾਈਏ। ਪਾਤਸ਼ਾਹ ਕਹਿੰਦੇ ਜਿੰਨਾ ਚਿਰ ਮਨੁੱਖ ਬਾਹਰ ਦੀ ਹਿਫਾਜ਼ਤ ਕਰੇਗਾ, ਅੰਦਰ ਦੀ ਨਹੀਂ ਕਰੇਗਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਕਿਉਂਕਿ ਇੱਕ ਅੰਦਰ ਦਾ ਪਾਣੀ ਹੈ ਤੇ ਇੱਕ ਬਾਹਰ ਦਾ ਪਾਣੀ ਹੈ, ਦੋਨੇ ਹੈ ਇੱਕ ਨੇ। ਤੇ ਅੰਦਰ ਦਾ ਪਾਣੀ ਮੁੱਕ ਜੇ ਤਾਂ ਵੀ ਮਨੁੱਖ ਚੜ੍ਹਾਈ ਕਰ ਜਾਂਦਾ, ਜੇ ਬਾਹਰ ਦਾ ਮੁੱਕ ਜੇ ਤਾਂ ਵੀ ਚੜ੍ਹਾਈ ਕਰ ਜਾਂਦਾ। ਅੰਦਰ ਦੀ ਅੱਗ ਹੈ, ਇੱਕ ਬਾਹਰ ਦੀ ਅੱਗ ਹੈ, ਅੰਦਰ ਦੀ ਪਵਨ ਹੈ ਤੇ ਇੱਕ ਬਾਹਰ ਦੀ ਪਵਨ ਹੈ, ਇਹ ਸਭ ਇੱਕੋ ਹੀ ਨੇ। ਸਾਧ ਸੰਗਤ ਜੀ ਹਿਫਾਜ਼ਤ ਅੰਦਰੋਂ ਵੀ ਕਰਨੀ ਹੈ, ਹਿਫਾਜ਼ਤ ਜਿਹੜੀ ਹੈ ਬਾਹਰੋਂ ਵੀ ਕਰਨੀ ਹੈ। ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਅੰਦਰ ਦੀ ਹਿਫਾਜ਼ਤ ਪਰਲੋਕ ਸਵਾਰਨਾ, ਅੰਦਰ ਦੀ ਹਿਫਾਜ਼ਤ ਪਰਲੋਕ ਸਵਾਰਨਾ, ਧਰਮ ਨਾਲ ਜੁੜਨਾ, ਪਰਮੇਸ਼ਰ ਦਾ ਨਾਮ ਜਪਣਾ, ਤੇ ਬਾਹਰ ਦੀ ਹਿਫਾਜ਼ਤ ਹੈ ਲੋਕ ਸਵਾਰਨਾ। ਤੇ ਲੋਕ ਵਾਸਤੇ ਧਨ ਚਾਹੀਦਾ ਹੈ, ਪਦਾਰਥ ਚਾਹੀਦੇ ਹੈ। ਤੇ ਮਹਾਰਾਜ ਕਹਿੰਦੇ ਇਸ ਕਰਕੇ ਲੋਕ ਤੇ ਪਰਲੋਕ ਸਵਾਰਨ ਵਾਸਤੇ ਸੰਤ ਸਿਪਾਹੀ ਬਣਨਾ ਅਤ ਜ਼ਰੂਰੀ ਹੈ। ਪਿਛਲੇ ਸਮੇਂ ਤੋਂ ਜਦੋਂ ਇਤਿਹਾਸ ਵਾਚਦੇ ਆ, ਸਾਧ ਸੰਗਤ ਜੀ, ਸਾਧੂ ਸੰਤਾਂ ਦਾ ਇਹ ਦੇਸ਼ ਹਿੰਦੁਸਤਾਨ ਦੀ ਧਰਤੀ, ਇੱਥੇ ਕੇਵਲ ਇੱਕੋ ਹੀ ਗੱਲ ਦੱਸੀ ਜਾਂਦੀ ਸੀ, ਕੇਵਲ ਪਰਲੋਕ ਸਵਾਰਨਾ ਹੈ। ਮੈਂ ਤੇ ਹੈਰਾਨ ਹੁੰਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਐਸੀ ਮੁੱਢਲੀ ਵੱਡਲੀ ਵਿਚਾਰ ਸਤਜੁਗ ਤੋਂ ਲੈ ਕੇ ਕਲਯੁਗ ਤੱਕ ਜਿੰਨੇ ਵੀ ਸਾਧੂ ਮਹਾਤਮਾ ਹੋਏ, ਸਾਰਿਆਂ ਨੇ ਇੱਕੋ ਗੱਲ ਰੱਖੀ, ਲੋਕ ਛੱਡੋ ਪਰਲੋਕ ਸਵਾਰੋ, ਲੋਕ ਛੱਡੋ ਪਰਲੋਕ ਸਵਾਰੋ। ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦੇਖਿਆ ਕਿ ਜੇ ਇਹਨਾਂ ਨੇ ਪਰਲੋਕ ਸਵਾਰਨ ਦੀ ਗੱਲ ਕੀਤੀ ਹੈ, ਲੋਕ ਨਹੀਂ ਸਵਾਰਿਆ, ਤੇ ਮਹਾਰਾਜ ਨੇ ਦੇਖਿਆ 2000 ਸਾਲ ਤੱਕ ਇਹ ਹਿੰਦੁਸਤਾਨ ਗੁਲਾਮ ਰਿਹਾ। ਉਹ ਕਿਉਂ ਰਿਹਾ? ਕਿਉਂਕਿ ਲੋਕ ਨਹੀਂ ਸਵਾਰਿਆ, ਆਪਣੇ ਆਪ 'ਚ ਮਜ਼ਬੂਤ ਨਹੀਂ ਰਹੇ। ਆ ਤੁਸੀਂ ਪੜ੍ਹ ਕੇ ਦੇਖੋਗੇ 2000 ਸਾਲ ਤੱਕ ਇਸ ਹਿੰਦੁਸਤਾਨ ਦੀ ਧਰਤੀ ਤੇ
ईरानियां दा कब्जा रहा, अफगानियां दा कब्जा रहा, डच दा कब्जा रहा, मंगोल दा कब्जा रहा, अरबीयन दा कब्जा रहा, साध संगत जी फ्रेंच दा कब्जा रहा, आखिरकार अंग्रेजां दा कब्जा रहा। वो कारण सी क्योंकि साधु महात्मा इस लोक दे केवल परलोक सवार दे लोक दी चिंता नहीं करते सी। इन्हां दा इक्को ही उपदेश सी, परलोक सवारो लोक छड्ड दो। पर गुरु हरगोबिंद साहब ने देखा 2000 साल तो ये देश गुलाम है। कदे ये अफगानियां दे गुलाम हो जाता है, कदे ये डच दे गुलाम हो जाता है, कदे मंगोल दे गुलाम हो जाता है, तो कितना समा अंग्रेजां दे गुलाम रहा। वो कारण सी क्योंकि लोक नहीं सवारिया। गुरु हरगोबिंद साहब ने साध संगत जी परलोक सवारन की गल जिथे कीती, बाणी दे विच उथे मरन के जिन्ना चिर लोक नहीं सवारेगा तेरा परलोक नहीं सवरेगा। क्योंकि शरीर दे विच देखो 2 पैर दिते हैं, जे किते एक पैर होवे ते चलना औखा हो जाता है, एक हाथ होवे ते काम करना औखा हो जाता है, एक नक होवे ते दिक्कत आउंदी है, एक अख होवे तां दिक्कत आउंदी है। मरने के 2 पैर ने, लोक ते परलोक के दोने सवारने पैणगे। अद्धा क ज्ञान होवे मनुख दा ते डुब जांदा। सतगुरु पातशाह कहंदे जिथे परलोक सवारना है उत्थे सिखां नूं कहा पहला लोक सवारो तां परलोक सुधरेगा। महाराज ने सारे सिख जगत नूं यह उपदेश किया। जदों महाराज सच्चे पातशाह मीरी पीरी दे मालिक अकाल तख्त दी सिरजना की, पातशाह तख्त ते विराजमान होए ते सिखां नूं उपदेश दिता, सिखो अज तो बाद जे तुसी प्यार करदे हो ते घोड़े शस्त्र जेड़े ए वध तो वध गुरु घर विच दान करो। अज तो बाद तुसी जिन्ना भी हो सके शस्त्र लै करके आने ने, अज तो बाद घोड़े लै करके आने ने। क्योंकि साध संगत जी हिंदुस्तान की धरती ते लोकां नूं पता लग गया कि धन गुरु हरगोबिंद साहब जी जिथे संत सी उत्थे सिपाही बन गए ने। चिंता लग गई ते चंदू हाकम ने मिल करके धन गुरु हरगोबिंद साहब नूं ग्वालियर दे किले विच बंद कर दिता। आप जी जानते हो जदों धन गुरु हरगोबिंद साहब जी ग्वालियर के किले विच कैद होए ते बाबा बुढ़ा साहब होर गुरु के सिखा ने साध संगत जी जदों साईं मियां मीर होर नाल जा करके जहांगीर नाल गल कीती, उस समय फिर जहांगीर ने बचन कीते, गुरु हरगोबिंद साहब नूं रिहाई दे ऑर्डर दे दिते। ते जदों 52 राजियां नूं पता लगा सच्चे पातशाह रिहा हो चले आ, मैं बेनती करा ऐसे दीन दयाल सतगुरु, ऐसे निमरता दे पुंज सतगुरु 52 राजियां ने बचन किया, पातशाह तुहाडे तो बिना सानू कोई छड़ा नहीं सकता, कृपा करो सानू छड़ाउणा करो। ते महाराज ने शर्त रख दी, जहांगीर जे असीं जाना ते 52 राजे नाल जाणगे। मैं संखे विच बेनती करा, धन गुरु हरगोबिंद साहब सच्चे पातशाह जी जदों ग्वालियर के किले विचों निकलते ने 52 राजियां नूं भी नाल लैके निकलते। ऐसे दीन दयाल सतगुरु सच्चे पातशाह जी जदों 52 राजियां नूं रिहा करके वापस दिल्ली वाल आ रहे ने, दिल्ली विच गुरु साहब का स्थान है मजनू का टिला। उत्थे गुरु हरगोबिंद साहब ने 2 बारी चरण पाए ने। एक बारी जदों महाराज पंजाब तो आए तां महाराज ने उत्थे चरण पाए, एक बारी जदों ग्वालियर के किले तो वापसी आए तां महाराज ने उत्थे चरण पाए। जदों गुरु हरगोबिंद साहब जी वापस आगरे तो दिल्ली आ रहे ने ते महाराज ने सच्चे पातशाह जी ने रस्ते दे विच खालसा जी महाराज ने पड़ाव किया। एक खेमे दे विच महाराज ने विश्राम करने वास्ते सिखां ने खेमे बना दिते। महाराज उत्थे विश्राम कर लग पे। मता सोचो महाराज उत्थे रुके है। देखे जदों कोई सिख अरदास करदा गुरु दर्शना वास्ते महाराज उत्थे दर्शन देण आउंदे ने। आखो सतनाम। जे कश्मीर की धरती ते माता भाग परी चेते करदी है महाराज उत्थे पहुंचदे आ। ਇਹ ਕਾਹੀ ਜਿਹੜਾ ਸੀ ਇਹਦਾ ਨਾਮ ਨਹੀਂ ਇਤਿਹਾਸਕਾਰਾਂ ਨੇ ਲਿਖਿਆ, ਪਰ ਇਹ ਸਤਿਗੁਰੂ ਨਾਲ ਬੜਾ ਪਿਆਰ ਕਰਦਾ, ਹਰ ਵੇਲੇ ਸਤਿਗੁਰੂ ਨੂੰ ਚੇਤੇ ਕਰਦਾ, ਦੀਦਾਰ ਮੰਗਦਾ।
आखिरकार इन्हूं पता लग गया गुरु हरगोबिंद साहब जी ग्वालियर के किले तो बाहर निकले ने ते महाराज ने नेड़े पड़ाव किया होया। ते सतगुरु सच्चे पातशाह जी के दर्शन करने वास्ते जदों ये आया ते ये जहांगीर के खेमे विच वड़िया, क्योंकि आप जी जानते हो मुसलमान पहला सिर ते पग बनिया करते सन, दाड़ा प्रकाश रखना, ते कहंदे ने अपने गले विच बहुत वड्डियां वड्डियां मालां ते अपने आप नूं सजा करके रखना। बादशाह ने कहंदे ए भाई जिहड़ा घाईया सी इन्हें सारा दिन मेहनत मजदूरी करके 2 कसीरे इकट्ठे कीते सी सतगुरु नूं भेंट करन वास्ते। ते जदों ये जहांगीर दे खेमे विच वड़िया ते इन्हें ओ जिहड़े कसीरे सी मत्था टेक दिता ते मत्था टेक के इक्को ही अरदास कीती, सच्चे पातशाह कृपा करो मेरा परलोक सवार दिओ। अगे जहांगीर सी, जहांगीर हैरान हो गया, सिखा तू गलत खेमे विच आ गया, मैं केवल दुनिया दी तैनू वडियाई बख्शिश कर सकदा, माया दे सकदा, पर जिहड़ी तू परलोक दी गल कर सकदा ए मेरे कोल नहीं। ए गुरु हरगोबिंद साहब दे कोल है। अगे खेमे विच जा ते देखियो सिख किन्ना क निडर होवेगा, किन्नी क सिखी अंदर होवेगी, किन्ना क प्यार सिख दे अंदर होवेगा। कहंदे सिख ने वो 2 कसीरे चक ले बादशाह दे अगे। बादशाह हैरान हो गया, कहंदे सिखा मैं भी हिंदुस्तान का बादशाह हां, मैनू भी लोग भेटावां दिंदे ने, मेरे अगे भी भेटा रखदे ने, ये 2 कसीरे छड्ड जा, मेरे कोल हीरे जवाहरात, मेरे कोल मोहरा लेके चला जा। सिख ने कहा ए मैं बहुत मेहनत दे नाल 2 कसीरे घाह वड्ड के इकट्ठे कीते है, ये गुरु दी भेंट है, मैं तैनू नहीं दे सकदा। खालसा जी ऐसा जज्बा इन्नी क निडरता सिख दे विच होनी चाहिदी है। जे किते गुरु ग्रंथ साहिब दी गल होवे, जे किते धर्म दी गल होवे, सिख अगे होके खड़ा हो जाए। अज देखियो किते जे सिखी दी गल होंदी है, सच दी गल होंदी है ते सिख पिछे हट जांदा। बहुत घट ने जिहड़े अगे होके खड़े होकर के कहंदे ने अब जूजन को दाओ, सिर तर तली गली मेरी आओ, इत मार्ग पैर धरीजै, सिर दीजै कान ना कीजै। बहुत घट गुरु के प्यारे ने जिहड़े गुरु नूं आपा भाव सौंप दिंदे ने। कहंदे उस काही ने कसीरे चक लए, इधरों एक जिहड़ा काही सी ये बादशाह दे खेमे विचों निकलिया। एक गल इत्थे ध्यान दिओ, उधर गुरु हरगोबिंद साहब जी अपने खेमे विचों निकले, क्योंकि अंतरजामी ने सतगुरु। ਇਹ गुरु हरगोबिंद साहब के नेड़े पहुंचया ते गुरु हरगोबिंद साहब जी ने इहनूं गल वकड़ी विच लिया, प्यार कीता ते बचन जो कीते ने गुरु हरगोबिंद साहब भाई साहब लिखदे आ। 3 वारी गुरु हरगोबिंद साहब ने कहा धन सिखी ते धन सिखी, क्योंकि इन्ने क निडरता। बादशाह दे अगे कसीरे चकने छोटी गल नहीं, बहुत वड्डी गल है। गुरु हरगोबिंद साहब ने कहा सिखा तू धन है, धन है सिखी। ते साध संगत जी कोल बिठा लिया, प्रसादा आप छकिया, बचिया प्रसादा शेख ने छकिया ते महाराज ने लोक ते परलोक सवार दिता। यह है साध संगत जी सिखी, पहरावे करके नहीं, मन की सिखी, अंदर की सिखी। जिथे महाराज ने परलोक की गल की उत्थे लोक की भी गल की। पातशाह कहते सिखो अज तो बाद शस्त्रधारी होना, अज तो बाद घोड़ सवारी करनी है। दयालता दे समुंदर दीन दयाल सतगुरु गुरु गरीब निवाज जी ऐसे दीन दयाल सतगुरु हैं। मैं कहना पातशाह जी तो सदा बलहार जाइए। जिथे अज गुरु हरगोबिंद साहब पातशाह जी का आगमन पुरब अवतार प्रकाश दिहाड़ा है, उत्थे अज अषाढ़ महीने की संगरांद दिहाड़ा है। मैं एक बेनती होर करा, गुरु हरगोबिंद साहब का एडा क दयालु हिरदा, जदों सच्चे पातशाह जी श्रीनगर साध संगत जी वापसी महाराज पंजाब आउंदे ने ते सच्चे पातशाह की देखदे आ कि एक कूड़ेदान दे कोलों एक मनुख दे बच्चे की आवाज आउंदी है। ते महाराज सच्चे पातशाह ने आवाज सुनी, सिखां नूं कहा इत्थे आवाज आउंदी है बच्चे की। हाँ महाराज आवाज आउंदी है। कहंदे देखो
ਤੇ ਜਦੋਂ ਸਿੱਖ ਗਏ ਤੇ ਕੀ ਦੇਖਦੇ ਆ महाराज, ਉਹ ਕਹਿੰਦੇ ਨੇ महाराज सच्चे पातशाह एक बच्चा है पर बच्चा कुरूप बड़ा है, देखा नहीं जाता। एक ते गंदा बड़ा क्योंकि गंदगी दे ढेर विच पिया होया, दूजा महाराज कपूर ये कुरूप बड़ा सोना नहीं। ते महाराज ने कहा ये कुरूप नहीं, ये गंदा नहीं, ये सुथरा है। महाराज ने उस बच्चे नू अपने कोल लियांदा, पालिया। ते इतिहासकार लिखते हैं भाई सुथरा साथ इस इतिहासकार विच भाई साहब का नाम आया। ब्रह्म ज्ञान की जिहड़ी अवस्था है वो भाई सुथरा सानू प्राप्त हुई। साध संगत जी बेनती करा, जिन्ना चिर सत है उन्ना चिर साध संगत जी सता नहीं ते कोई मनुख तरक्की नहीं कर सकता। सता तो बिना सत नहीं चलता ते सत तो बिना सता नहीं चलती। रामचंद्र जी पहला साध संगत जीओ संत ने ते फिर बाद विच राजे ने। भगवान कृष्ण जी जे गल करते हैं पहला संत ने बाद विच राजे ने। सच्चे पातशाह धन गुरु हरगोबिंद साहब सच्चे पातशाह जी ने अपने सिखां नूं हिंदुस्तान दे लोकां नूं बचन कीता, भाई जिन्ना चिर संत ते सिपाही नहीं बनोगे, जिनमें पिछले समय 2000 साल तो इस धरती ते हिंदुस्तान की धरती ते मुगलिया हुकूमत दा, फ्रेंच दा, अंग्रेजां दा राज रहा, ये राज खत्म करना पवेगा। सच्चे पातशाह जी ने बख्शिश की, रहमत की। साध संगत जो 4 जंगा लड़ियां ते 4 जंगा विच गुरु हरगोबिंद साहब पातशाह जी ने फतेह प्राप्त की। मैं बेनती करा, जिन्ना चिर राज सत्ता नहीं धर्म नहीं चल सकता, क्योंकि जेड़ियां कौमां कमजोर ने इतिहास पढ़ के देख लियो, वो कौमां नूं खत्म कर दिता गया, वो कौमां अगे वध नहीं सकियां। धन गुरु हरगोबिंद साहब पातशाह जी ने बचन किया कि जिन्ना चिर राज सत्ता नहीं धर्म नहीं चलेगा, ते जिन्ना चिर मनुख दे हिरदे विच धर्म नहीं, वो मनुख ज्ञानवान नहीं हो सकता, वो मनुख हैवान हो जाएगा। आ देख लो जिन्ना जिन्ना दे मन विच धर्म दा प्यार नहीं, सिੱਖੀ दा प्यार नहीं, गुरु लई प्यार नहीं, वो हैवान होके की कर जांदे आ। पातशाह कहते सब तो पहला मनुख दे अंदर सत्ता होनी चाहिए है, ते फिर धर्म चलदा, ते जदों धर्म चलेगा फिर मन विच दयालता आवेगी, फिर मन विच इंसानियत जागेगी, फिर मन विच लोकां दा भला कर लई मन विच चाह पैदा होवेगा। सतगुरु सच्चे पातशाह जी ने सिखां नूं बेनती की, वध चढ़ के शस्त्र भेंट करो भाई, घोड़े भेंट करो। ते गुरु के सिखां ने साध संगत जी ये बहुत गुरु के सिखां ने सतगुरु सच्चे पातशाह जी नूं शस्त्र भेंट कीते, घोड़े भेंट कीते, ते आउण वाले समय विच महाराज ने जंगा लड़ करके जुल्म दा टाकरा करके मुगल हुकूमत दा नाश कीता। उत्थे जदों गुरु ग्रंथ साहिब दी बाणी नूं पढ़दे हैं ते महाराज कहंदे तू इन्ना भी कमजोर ना होवे कि तेरी कोई पग उतार दे। सिੱਖੀ वास्ते नियम है, सिखां वास्ते हिदायत है कि सिख इन्ना भी कमजोर ना होवे कोई पग उतार के चला जाए। ते पातशाह कहंदे तू इन्ना भी जालम ना बने तू लोकां दी पग्गां उतारन लग पए। बड़ा कुछ विचार के चलना पवेगा। पातशाह कहंदे तू इन्ना भी ठंडा ना होवे कि तैनूं लोग पैरां नीचे कुचल देण, तू इन्ना भी गर्म ना होवे तू लोकां नूं पैरां नीचे कुचलना शुरू कर दे। सिੱਖੀ ਜਿਹੜੀ है गुरु नानक साहब का ਜਿਹੜਾ सिद्धांत है, नाम जपना, वंड छकना, किरत करनी, ये बहुत बड़ा सिद्धांत गुरु नानक साहब ने बख्शिया। पातशाह कहते आप भी जीवना है संसार ते, धर्म नूं वधाउणा ते होरनां नूं भी जिउण दी जाच सिखाउणी है। सिੱਖੀ की है? केवल पहरावे दी सिੱਖੀ नहीं खालसा जी। जदों धन गुरु हरगोबिंद साहब सच्चे पातशाह जी नूं कश्मीर की धरती ते माता भाग भरी चेते कर दी है। आ देखियो अज भी साध संगत जी जेड़े सिख मन करके भावना करके गुरु हरगोबिंद साहब नूं चेते करते हैं, गुरु हरगोबिंद साहब सच्चे पातशाह किसी ना किसी रूप विच सिख नूं दर्शन दे देंदे हैं। अर्जन हरगोबिंद नो सिमरो
श्री हर राय। श्री हर कृष्ण ध्याइए जिस डिठे सब दुख जाए। ये गुरु गोबिंद सिंह साहब के बचन ने। माता भाग परी कहते ने ठंड का समा गुरु पातशाह वास्ते बस्तर तैयार कर दिए। अज भी साध संगत जी मेरिया मातावां भैणां नूं बेनती, अज ते समा नहीं रहा तो मैं बेनती करा जे प्रशादा तैयार करो सुचम दे नाल ते सतगुरु नूं ध्यान रखदे प्रशादा तैयार करके भोग लवाओ। मैं कहना जदों उस प्रशादे नूं जेड़ा छकेगा फिर उहदी रसना ते नाम टिक जाएगा। गुरु नानक साहब का एक बचन मैं चेते करके अगे वधा। भैन नानकी जदों सुल्तानपुर विच सन ते गुरु नानक साहब ने कहा भैने हुण असीं चले जाना, संसार का उद्धार करना। ते भैन नानकी ने कहा भरा जिथे तुसीं मेरे भरा हो उत्थे मेरे पीर भी हो, मेरे मुरशद भी हो, मेरे गुरु हो। संसारिक तौर ते रिश्ते दे तौर ते तुसीं भरा हो ते तुसीं मेरे गुरु भी हो। तुहाडे दर्शनां तो बिना मैं रह नहीं सकदा। ते गुरु नानक साहब ने बचन कीते सी बेबे भैन नानकी जी नूं कि जदों भी मन विच ख्याल करेंगी चेते करेंगी तद छिन तैनूं दर्शन देवांगे। आपां बड़ी बारी इतिहास वाचिया कि बेबे नानकी जी जदों प्रशादा तैयार करदे प्रशादा फुलदा ये जान के चेते नहीं करते कि प्रशादा तैयार कर रही है गुरु नानक साहब आओ इत्थे प्रशादा तैयार हो रहा मन विच भावना बनी है। बेबे नानकी दे मन विच केवल भावना बनी है कि प्रशादा फुलिया जे किते मेरा वीर हुंदा ते प्रशादा छकदा। ये बड़ी डूंघाई दी गल है। इत्थे चेते नहीं कीता कि जान के चेता कीता होवे कि अज प्रशादा छक लैंदा मेरा वीर, नहीं। अज प्रशादा फुलिया मन विच विराग आ गया, प्यार जाग गया कि जे अज मेरा वीर हुंदा ते प्रशादा छकदा। ते गुरु नानक साहब ने कहा मर्दाने अखां बंद कर बेबे नानकी चेते करदी है। तत छिन महाराज पहुंचे प्रशादा छकिया ते महाराज ने बचन कीता सी बेबे नानकी जे तुसी मैनू चेते कीता ते मैं आया दुनिया दी कोई भी भैन कोई भी मां मैनू चेते करेगी मैं तत छिन आवांगा। आखो सतनाम। ये बचन कीते सी ना महाराज ने गुरु नानक साहब नूं महाराज तुसी बेबे नानकी दे चेते करन ते आ गए, होर किसे दे करन ते महाराज कहंदे जेड़ा भी सानू प्यार नाल चेते करेगा असीं तद छिन आवांगे। देखियो किते मेरी भैन मेरी मां प्रशादा तैयार करियो भावना नाल। अज प्रशादा तैयार होंदा नाल फोन चल रहा होंदा, अज प्रशादा ध्यान होंदा टीवी चल रहा होंदा, अज प्रशादा तैयार होंदा गल्लां हो रही होंदियां, फिर उन्ना का असर परिवार ते पैंदा है। जिस भावना नाल प्रशादा तैयार होवेगा वो सारा असर परिवार ते पवेगा। पुराने बजुर्ग कहंदे ने जैसा अन्न तैसा मन। ते जे कोई बीबी गल्लां करदी प्रशादा तैयार करदी है फिर वो गल्लां दा असर परिवार ते होवेगा। ते जे कोई बीबी जपजी साहब करदियां चौपई साहब करदियां मूल मंत्र करदियां मैं बेनती करा आ बड़े बेनतियां करदे ज्ञानी जी आ परिवार गुरसिੱਖੀ वाल नहीं तुरदा, आ बच्चे गुरसिੱਖੀ वाल नहीं तुरदे। मैं अज तुहानू एक बेनती कर देना एक जुगत दस देना। आ मातावां भैणां जिहड़ियां कहंदियां ने साडे बच्चे नहीं तुरदे परिवार नहीं तुरदा गुरु घर नहीं आउंदा सेवा नहीं करदा परिवार, ओ माता भैण मेरी प्रशादा तैयार करदियां आटा गुनदियां ते जपजी साहब नहीं आउंदा मूल मंत्र कर ले। सब्जी बनाउंदियां सब्जी कटदियां रसोई विच वड़ियां कवे धन गुरु नानक। ते जदों प्रशादा तैयार होवे ते साध संगत जी छोटी अरदास करके महाराज नूं भोग लावे ते जिस प्रशादे नूं भोग लग्या होवे ते परिवार छके क्यों ना चेते आवेगा गुरु नानक साहब दा नाम, क्यों ना चेते आवेगी गुरु नानक दी सिੱਖੀ, क्यों ना चेते आवणगे गुरु नानक साहब दे दर्शन। एक घरों चलदी है गल। ते जदों असी टीवी देखते हैं फोन चलाते हैं गल्लां बातां करते हैं प्रशादा तैयार होंदा फिर परिवार भी उसे राह ते चलदा। छोटे छोटियां जुगतां ने खालसा जी मैं सारिआं नूं बेनती करदा
सतगुरु सच्चे पातशाह जी नूं चेते कीता माता भागपरी ने कि सच्चे पातशाह बस्तर तैयार हो गए ने, कृपा करके दर्शन दिओ। हुण माता जी की जिहड़ी अवस्था बुजुर्गी दी हो गई, इको एक बेटा पति चढ़ाई कर गया, दोने घर विच रहिंदे ने। बेटा कहंदा मां सतगुर नहीं आउणगे क्योंकि लंबा पैंडा है, कश्मीर तो पंजाब अमृतसर साहब बहुत लंबा पैंडा, महाराज नहीं आउणगे। ते साध संगत जी मां ने कहा मैनू गुरु नानक दे घर ते पूर्ण भरोसा है, महाराज आउणगे। होर समा बीतदा गया, माता दी अवस्था जिहड़ी बुजुर्गी विच चली गई। कहंदे ने इतिहासकार लिखदे ने माता जी तो हुण उठना ते चलना भी बंद हो गया। अखीरला समा भाव नेड़े आ गया ते महाराज जी अगे बेनतियां करदे ने, माता भागपरी सच्चे पातशाह हुण ते अंतला समा भी नेड़े, एक बारी दर्शन दे दिओ। उधर धन गुरु हरगोबिंद साहब पातशाह जी ने सिखां नूं, बाबा बिधि चंद जी नूं होर गुरु के सिखां नूं बवचन कीते, भाई घोड़े तैयार करो असीं जाना है। महाराज पैंडा दड़ पैंडा उस नगर विच पहुंचे ने। समा हो चुका, मैं बेनती करा जदों महाराज उत्थे पहुंचे, महाराज ने दरवाजा खड़खड़ाया ते की देखदा अंदरों जिहड़ा उन्हां दा बच्चा है माता जी दा बेटा, वो दरवाजा खोल के की देखदा कि छेवें पातशाह गुरु हरगोबिंद साहब खलोते। विश्वास नहीं होया क्योंकि वो जानदा सी पंजाब अमृतसर साहब ते जम्मू कश्मीर दी धरती पैंडा बड़ा है। पर जदों गुरु हरगोबिंद साहब दे दर्शन कीते हैरान हो गया। महाराज नूं अंदर लिआंदा, सच्चे पातशाह जी नूं साध संगत जी मंजे ते बिठा करके उधर माता भागपरी नूं कहा, माता जी नूं कहा सच्चे पातशाह जी आए ने। ते जदों मां नूं पता लगा सतगुर आ गए, अखां विचों वैराग दे हंझू वह तुरे। साध संगत जी महाराज कोल चले गए। माता जी ने जिहड़े वस्त्र तैयार कीते सी वो गुरु हरगोबिंद साहब जी नूं दिते, महाराज ने पाए ते महाराज ने कहा सी मां मंग जो मंगना है। गुरु हरगोबिंद साहब ने कहा मंग जो मंगना है। ते मां ने कोई गल कही सी, पातशाह मेरे लिए यही अरदास सी कि जान वेले तुसी दर्शन दे दिओ, मेरा परलोक सवार दिओ। तुसी दर्शन दे दिते, हुण कुछ नहीं मंगना। ते महाराज ने लोक ते परलोक सवार दिता। मैं बेनती करा ऐसे दीन दयाल सतगुरु गरीब निवाज सतगुरु गुरु हरगोबिंद साहब महाराज जियां दा अज अवतार दिहाड़ा, प्रकाश दिहाड़ा है। सतगुरां दे पावन प्रकाश दिहाड़े ते आप सबना नूं लख लख वधाई होवे जी। अषाढ़ महीने दी संगरांद दा दिहाड़ा, आप सबना नूं लख लख वधाई होवे जी। सबना दीयां हाजरियां सतगुरु दर प्रवान करन ते पातशाह जी सारियां नूं नाम धन गुरसिੱਖੀ जीवन वाला सतगुरु जीवन बख्शिश करके निवाजना करन। ए लोक सुखी पर लोक सुहेले, नानक हर प्रभ आपे मेले।